Hello students, very good morning. Today we are going to discuss concept of behavioristic approach in assessment. ਜਿਵੇਂ ਤੁਸੀਂ ਸਾਰੇ familiar ਹੋਵੋਗੇ ਕਿ behavioristic ਜਿਹੜੀ ਸਾਈਕੋਲੋਜੀਕਲ ਡੋਮੇਨ ਹੈ ਉਹਦੇ ਵਿੱਚ ਅਸੀਂ SR ਜਿਹੜਾ ਹੈ ਥਿਊਰੀਜ਼ ਜਿਹੜੀਆਂ ਨੇ ਉਹਨਾਂ ਨੂੰ ਸਟੱਡੀ ਕਰਦੇ ਹਾਂ, ਜਿਨ੍ਹਾਂ ਵਿੱਚ क्लासिकल जी है कंडीशनिंग थ्योरी है प्रॉब्लम दी, जिस जोड़ा है डॉग के उपर एक्सपेरीमेंट किया जाता है। उस तो बाद असी अपरेंट कंडीशनिंग थ्योरीज की गल करते हैं, जिस जोड़ा है स्किनर जोड़ा है पीजन और रैट के उपर जो है एक्सपेरीमेंट करते हैं। तो असी इन्हों समझने की कोशिश करते हैं कि हिस्टोरिकल जी बैकग्राउंड है ये इन्हों की किस तरह हैगी है। बिहेवियरिज्म जोड़ा है ये 1930 ਦੇ ਵਿੱਚ ਜਿਹੜਾ ਹੈ ਪਵਲਵ ਦੇ ਜਾਂ ਕਲਾਸਿਕਲ ਕੰਡੀਸ਼ਨਿੰਗ ਥਿਊਰੀ ਦੇ ਨਾਲ ਜਿਹੜਾ ਹੈ ਸਾਈਕੋਲੋਜੀ ਚ ਇਸ ਦੀ ਸ਼ੁਰੂਆਤ ਹੁੰਦੀ ਹੈ। ਔਰ ਬਿਹੇਵੀਅਰਿਜ਼ਮ ਜਿਹੜਾ ਹੈ ਉਹ BF ਸਕਿਨਰ ਦੇ ਜਿਹੜੇ ਹੈਗੀ ਹੈ ਅਪਰੈਂਟ ਕੰਡੀਸ਼ਨਿੰਗ ਥਿਊਰੀ ਹੈ ਉਹ 1953 ਉਸ ਦੇ ਨਾਲ ਥੋੜਾ ਜਿਹੜਾ ਹੋਰ ਗਰੋ ਅਪ ਹੁੰਦਾ ਹੈ। ਸਕਿਨਰ ਜਿਹੜਾ ਹੈ ਉਹ ਰੈਟਸ ਦੇ ਉੱਪਰ ਜਿਹੜਾ ਹੈ ਲਰਨਿੰਗ ਰਿਸਰਚ ਕਰਦੇ ਨੇ और वो रिस्पॉन्स स्टिमुलस जोड़ा है कंडीशनिंग जी है उसमें रिवर्स ऑर्डर देंगे है, जो कि पवलव जोड़ा है वो इसनों SR सीरीज जी ने मतलब पहला स्टिमुली है तो उसमें रिस्पॉन्ड करते हैं। ये है कि जोड़ा है रिस्पॉन्स है तो स्टिमुलस मिलेगा। तो कंसैप्ट जोड़ा है अपरेंट कंडीशनिंग थ्योरी का इस तो ही जोड़ा है बिहेवियरिज्म या बिहेवियरिस्टिक जी है अप्रोच वो लर्निंग थ्योरीज के रूप में जी है एडुकेशन ਦੇ ਵਿੱਚ ਐਂਟਰ ਕਰਦੀ ਹੈ। ਤਾਂ ਹਿਸਟੋਰੀਕਲ ਜਿਹੜੀ ਹੈ ਅਸੀਂ ਇਸ ਨੂੰ ਦੇਖੀਏ ਤਾਂ ਜਿਹੜਾ ਬਿਹੇਵੀਅਰਿਜ਼ਮ ਹੈ ਉਹ ਉਸ ਟਾਈਮ ਦੇ ਉੱਪਰ ਜਿਹੜਾ ਹੈ ਕੰਮ ਕਰਨਾ ਸ਼ੁਰੂ ਕਰਦਾ ਹੈ, ਜਾਂ ਅਸੀਂ ਉਸ ਨੂੰ ਉਦੋਂ ਪੜ੍ਹਨਾ ਸ਼ੁਰੂ ਕਰਦੇ ਹਾਂ ਜਦੋਂ ਇਹ ਕੰਪਲੈਕਸ ਜਿਹੜਾ ਹੈ ਹਿਊਮਨ ਬਿਹੇਵੀਅਰ ਜਿਹੜੇ ਨੇ ਉਹਨਾਂ ਨੂੰ ਫਸਟ ਟਾਈਮ ਜਿਹੜਾ ਹੈ ਸਾਇੰਟੀਫਿਕ ਸਟੱਡੀ ਦੇ ਰੂਪ ਵਿੱਚ ਜਿਹੜਾ ਹੈ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਔਰ ਇਹ 1960 ਦੇ ਵਿੱਚ ਜਿਹੜਾ ਹੈ ਇਹ 4 ਫੇਜ਼ਸ ਦੇ ਵਿੱਚ ਜਿਹੜਾ ਹੈ ਅਸੀਂ ਇਸ ਨੂੰ ਐਡੂਕੇਸ਼ਨ ਦੇ ਵਿੱਚ ਜਾਂ ਲਰਨਿੰਗ ਥਿਊਰੀ ਦੇ ਵਿੱਚ ਜਿਹੜਾ ਹੈ ਉਹ ਆਇਡੈਂਟੀਫਾਈ ਕਰਦੇ ਹਾਂ। ਬਿਹੇਵੀਅਰਿਸਟਿਕ ਜਿਹੜੀਆਂ ਥਿਊਰੀਜ਼ ਨੇ ਇਹਨਾਂ ਦਾ ਬਿਲੀਵ ਹੈ ਕਿ ਨੌਲੇਜ ਜਿਹੜੀ ਹੈ ਉਹ ਹਿਊਮਨ ਤੋਂ ਇੰਡੀਪੈਂਡੈਂਟ ਐਗਜ਼ਿਸਟ ਕਰਦੀ ਹੈ, ਇਟ ਇਜ਼ ਆਊਟਸਾਈਡ ਦਾ ਪੀਪਲ। ਹਿਊਮਨ ਬੀਇੰਗ ਜਿਹੜਾ ਹੈ ਉਸ ਤੋਂ ਬਾਹਰ এনवायरमेंट ਦੇ ਵਿੱਚ ਜਿਹੜੀ ਹੈ ਉਹ ਐਗਜ਼ਿਸਟ ਕਰਦੀ ਹੈ। ਔਰ ਉਹਨਾਂ ਦਾ ਵਿਊ ਇਹ ਹੈ ਕਿ ਜਿਹੜਾ ਲਰਨਰ ਹੈ ਇਟ ਇਜ਼ ਟੋਟਲੀ ਅ ਬਲੈਂਕ ਸਲੇਟ ਹੈਵਿੰਗ ਐਨੀ ਵਿਦਆਊਟ ਐਨੀ ਐਕਸਪੀਰੀਅੰਸ, ਔਰ ਉਹ ਉਸ ਨੂੰ ਅਸੀਂ ਕਿਸੇ ਵੀ ਤਰ੍ਹਾਂ ਦੇ ਐਕਸਪੀਰੀਅੰਸ ਜਿਹੜੇ ਨੇ ਪ੍ਰੋਵਾਈਡ ਕਰ ਸਕਦੇ ਹਾਂ। ਬਿਹੇਵੀਅਰਿਸਟ ਇਹਦਾ ਜਿਹੜਾ ਹੈ ਅਪਰੋਚ ਹੈ ਉਸ ਦਾ ਇਹ ਵੀ ਫੇਥ ਮੰਨਿਆ ਜਾਂਦਾ ਹੈ ਕਿ ਉਹ ਕਹਿੰਦੇ ਕਿ ਲਰਨਿੰਗ ਐਕਚੁਅਲੀ ਅਕਰ ਵੈਨ ਨਿਊ ਬਿਹੇਵੀਅਰ ਔਰ ਚੇਂਜ ਇਨ ਦਾ ਬਿਹੇਵੀਅਰ ਆਰ ਅਕਵਾਇਰਡ ਥਰੂ ਦਾ ਐਸੋਸੀਏਸ਼ਨ ਆਫ SR ਸਟਿਮੁਲੀ ਐਂਡ ਰਿਸਪੌਂਸ। ਉਹ ਕਹਿੰਦੇ ਕਿ ਬਿਹੇਵੀਅਰ ਮੋਡੀਫਿਕੇਸ਼ਨ ਇਜ਼ ਐਡੂਕੇਸ਼ਨ and we could attain any type of behavior change by that association of stimuli and response in a controlled environment. Thus association lead to the change in the behavior। तो और ਜਦੋਂ ਅਸੀਂ stimuli ਨੂੰ ਕੋਈ ਜਿਹੜਾ ਹਿਊਮਨ ਹੈ ਉਹ ਰਿਸਪੌਂਡ ਕਰਦਾ ਹੈ ਤਾਂ ਉਹ ਰਿਸਪੌਂਸ ਨੂੰ ਜਦੋਂ ਅਸੀਂ stimuli ਨਾਲ ਸਟਰੈਂਥਨ ਕਰ ਲੈਂਦੇ ਹਾਂ ਤਾਂ ਉਹ ਪਾਰਟਿਕੂਲਰ ਬਿਹੇਵੀਅਰ ਜਿਹੜਾ ਹੈ ਉਹ ਹੈਬਿਟ ਦੇ ਫਾਰਮ 'ਚ ਉਸਦੇ ਜਿਹੜਾ ਹੈ ਪਰਸਨੈਲਿਟੀ ਦਾ ਹਿੱਸਾ ਬਣ ਜਾਂਦਾ। और ਜਦੋਂ ਅਸੀਂ ਕਿਸੇ ਸਟਿਮੂਲੀ ਦੇ ਥਰੂ ਜਿਹੜਾ ਹੈ ਰਿਸਪੌਂਸ ਹੈ ਉਸ ਨੂੰ ਰਿਸਟ੍ਰਿਕਟ ਕਰ ਦਿੰਦੇ ਹਾਂ ਜਾਂ ਉਸ ਨੂੰ ਸਨਬ ਕਰ ਦਿੰਦੇ ਹਾਂ ਤਾਂ ਇਸੇ ਤਰ੍ਹਾਂ ਉਹ ਐਲੀਮੀਨੇਟ ਹੋ ਜਾਂਦੀ ਹੈ ਉਹ ਹੈਬਿਟ ਬਿਹੇਵੀਅਰ ਤੋਂ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਬਿਹੇਵੀਅਰ ਅਸੀਂ ਜਿਹੜਾ ਹੈ ਐਲੀਮੀਨੇਟ ਕਰ ਦਿੱਤਾ। ਤਾਂ ਅਸੀਂ ਇਸ ਵਿੱਚ ਜਿਹੜਾ ਹੈ ਪੋਜ਼ਿਟਿਵ ਬਿਹੇਵੀਅਰ ਨੇ ਉਹਨਾਂ ਨੂੰ ਸਟਿਮੂਲੀ ਦੇ ਨਾਲ ਸਟਰੈਂਥਨ ਕਰ ਸਕਦੇ ਹਾਂ, ਔਰ ਨੈਗੇਟਿਵ ਬਿਹੇਵੀਅਰ ਜਿਹੜੇ ਨੇ ਉਹਨਾਂ ਨੂੰ ਅਸੀਂ ਐਲੀਮੀਨੇਟ ਕਰ ਸਕਦੇ ਹਾਂ। ਔਰ ਬਿਹੇਵੀਅਰਿਸਟ ਇਹ ਜਿਹੜਾ ਹੈਗਾ ਟੀਚਰ ਨੂੰ ਜਿਹੜਾ ਐਡਵਾਈਸ ਕਰਦੇ ਆ ਕਿ ਉਸ ਨੂੰ ਕੰਸੀਕੁਐਂਸਿਸ ਜਿਹੜੇ ਹੈਗੇ ਆ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਹੈ ਬਿਹੇਵੀਅਰਲ ਜਿਹੜੇ ਫੈਕਟਰ ਜਿਹੜੇ ਬਿਹੇਵੀਅਰ ਨੂੰ ਕਿਸੇ ਬਿਹੇਵੀਅਰ ਦੀ ਐਗਜ਼ੀਬਿਸ਼ਨ ਦੇ ਵਿੱਚ ਰੋਲ ਪਲੇ ਕਰਦੇ ਹੈ ਉਹਨਾਂ ਨੂੰ ਧਿਆਨ 'ਚ ਰੱਖਣਾ ਹੋਏਗਾ, ਤਾਂ ਹੀ ਜਿਹੜੀ ਲਰਨਿੰਗ ਪੋਸੀਬਲ ਹੋਏਗੀ। ਬਿਹੇਵੀਅਰਿਜ਼ਮ ਜਿਹੜਾ ਹੈ ਉਸ ਦੇ ਵਿੱਚ ਅਸੀਂ ਬਹੁਤ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਥਿਊਰੀਜ਼ ਨੇ ਉਹਨਾਂ ਨੂੰ ਪੜ੍ਹਦੇ ਹਾਂ, ਜਿਵੇਂ ਕਿ ਸਟਿਮੂਲੀ ਰਿਸਪੌਂਸ ਥਿਊਰੀ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਵੀ ਹੈਵ ਟੂ ਇੰਟਰੋਡਿਊਸ ਦ ਸਟਿਮੂਲੀ ਇਨ ਦ এনवायरमेंट ਐਂਡ ਪੀਪਲ ਹੈਵ to respond it, and with that conditioning of stimuli response we are in a position to shape any type of behavior। ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ
ਜਿਹੜਾ ਸਟਿਮੂਲੀ ਰਿਸਪੌਂਸ ਹੈ ਇਸ ਨੂੰ ਅਸੀਂ ਥੋੜਾ ਕੰਟਰੋਲਡ ਫਾਰਮ ਦੇ ਵਿੱਚ ਜੇਕਰ ਕਰਨਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਪ੍ਰੋਗਰਾਮਡ ਇਨਸਟਰਕਸ਼ਨ ਨੇ, ਜਿਹਦੇ ਵਿੱਚ ਅਸੀਂ ਇੰਸਟਰਕਸ਼ਨਲ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਬਲੂਮ ਹੈ ਜਾਂ ਉਸ ਤੋਂ ਬਾਅਦ ਅਸੀਂ ਇੱਕ ਜਿਹੜੀ ਕੈਟਾਗਰੀ ਬਣਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਚੰਕਿੰਗ ਥਿਊਰੀਜ਼, ਜਿਨ੍ਹਾਂ ਵਿੱਚ ਜਿਹੜਾ ਹੈ ਕੈਲਰ ਪਲਾਨ ਹੈ, ਜਾਂ ਅਸੀਂ ਪ੍ਰੋਗਰਾਮ ਲਰਨਿੰਗ ਦੀ ਗੱਲ, ਟਿਊਟੋਰੀਅਲਸ ਦੀ ਗੱਲ ਕਰਦੇ ਹਾਂ, ਜਾਂ ਡਾਇਰੈਕਟ ਇੰਸਟਰਕਸ਼ਨਸ ਦੀ ਗੱਲ ਕਰਦੇ ਹਾਂ। ਤਾਂ ਉਸ ਤੋਂ ਬਾਅਦ ਜਿਹੜਾ ਹੈ ਮਾਡਰਨ ਏਰਾ ਸ਼ੁਰੂ ਹੁੰਦਾ ਹੈ, ਜਿਹਦੇ ਵਿੱਚ ਅਸੀਂ ਕੰਪਿਊਟਰ ਜਿਹੜਾ ਹੈ ਇੰਸਟਰਕਸ਼ਨਲ ਪ੍ਰੋਗਰਾਮ ਜਿਹੜਾ ਹੈ ਜਾਂ ICT ਬੇਸਡ ਇੰਸਟਰਕਸ਼ਨ ਪ੍ਰੋਗਰਾਮ ਜਿਹੜਾ ਹੈ ਉਸ ਦੇ ਵਿੱਚ ਨੂੰ ਅਸੀਂ ਇਨਵੋਲਵ ਕਰਦੇ ਹਾਂ। ਤਾਂ ਇਸ ਤਰ੍ਹਾਂ ਨਾਲ ਜਿਹੜੀ ਇਹ ਲਰਨਿੰਗ ਹੈ ਇਹਦੇ ਵਿੱਚ ਅਸੀਂ ਜਿਹੜਾ ਹੈ ਕੰਡੀਸ਼ਨਿੰਗ ਜਾਂ ਜਿਹੜਾ ਹੈ ਸਟਿਮੂਲੀ ਦੇ ਥਰੂ ਜਿਹੜਾ ਹੈ ਅਸੀਂ ਬੱਚੇ ਦੇ ਬਿਹੇਵੀਅਰ ਨੂੰ ਸ਼ੇਪ ਕਰਨ ਦੀ ਗੱਲ ਕਰਦੇ ਹਾਂ। ਤਾਂ ਬਿਹੇਵੀਅਰਿਜ਼ਮ ਇਸ ਤਰ੍ਹਾਂ ਨਾਲ ਜਿਹੜਾ ਹੈ ਜੇਕਰ ਅਸੀਂ ਬਿਹੇਵੀਅਰਿਸਟਿਕ ਅਸੈਸਮੈਂਟ ਦੀ ਗੱਲ ਕਰੀਏ, ਜੇ ਇਹਦੀ ਹਿਸਟਰੀ ਨੂੰ ਸਮਝਣਾ ਹੋਵੇ ਤਾਂ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜਿਹੜਾ ਹੈ ਇਹ ਬਿਹੇਵੀਅਰਿਜ਼ਮ ਤੋਂ ਕਿਸੇ ਤਰ੍ਹਾਂ ਨਾਲ ਵੀ ਸੈਪਰੇਟ ਨਹੀਂ ਹੈ। ਇਹ ਪੈਰਾਡਿਜ਼ਮ ਜਿਹੜਾ ਹੈ ਇਹ ਉਸ ਉਦੋਂ ਹੀ ਆਉਂਦਾ ਹੈ ਜਦੋਂ ਬਿਹੇਵੀਅਰਿਸਟਿਕ ਅਪਰੋਚ ਜਿਹੜੀ ਹੈ ਉਹ ਸਾਈਕੋਲੋਜੀ ਐਂਟਰ ਕਰਦੀ ਹੈ। ਤਾਂ ਅਸੀਂ ਦੇਖਦੇ ਹਾਂ ਕਿ 60 ਦੇ ਵਿੱਚ ਜਿਹੜਾ ਹੈ ਬਿਹੇਵੀਅਰ ਜਿਹੜਾ ਹੈ ਉਹ ਬਿਹੇਵੀਅਰਿਸਟਿਕ ਜਾਂ ਅਸੈਸਮੈਂਟ ਹੈ ਜਿਹੜੀ ਉਹ 4 ਫੇਜ਼ਸ ਦੇ ਵਿੱਚ ਜਿਹੜੀ ਹੈ ਆਇਡੈਂਟੀਫਾਈ ਕੀਤੀ ਜਾਂਦੀ ਹੈ। ਇਹਦੇ ਵਿੱਚੋਂ ਜਿਹੜਾ ਹੈ ਪਹਿਲੀ ਜਿਹੜੀ ਅਪਰੋਚ ਹੈ ਉਸ ਨੂੰ ਬਿਹੇਵੀਅਰਿਸਟਿਕ ਜਾਂ ਬਿਹੇਵੀਅਰਿਜ਼ਮ ਆਖਦੇ ਹਾਂ। ਇਹ ਉਹ ਹੈ ਜਿਹੜੀ ਸਟਿਮੂਲੀ ਰਿਸਪੌਂਸ ਥਿਊਰੀ ਦੀ ਗੱਲ ਕਰਦੀ ਹੈ। ਕੈਗਨੀਟਿਵਿਜ਼ਮ ਜਿਹੜਾ ਹੈ ਇਸ ਨੂੰ ਜੇਕਰ ਅਸੀਂ ਅਸੈਸਮੈਂਟ ਦੇ ਵਿੱਚ ਨਵਾਂ ਦੇਖੀਏ ਤਾਂ ਇਹ ਕਹਿੰਦਾ ਹੈ ਕਿ ਜਿਹੜਾ ਹੈ ਲਰਨਿੰਗ ਜਿਹੜੀ ਹੈ ਉਹ ਇੰਟਰਨਲ ਪ੍ਰੋਸੈਸ ਆਫ ਇਨਫੋਰਮੇਸ਼ਨ ਹੈ, ਜਾਂ ਲਰਨਿੰਗ ਜਿਹੜੀ ਹੈ ਉਦੋਂ ਆਉਂਦੀ ਹੈ ਜਦੋਂ ਅਸੀਂ ਇੰਟਰਨਲੀ ਜਿਹੜੀ ਹੈ ਬ੍ਰੇਨ ਦੇ ਥਰੂ ਜਿਹੜਾ ਹੈ ਪ੍ਰੋਸੈਸ ਕਰਦੇ ਹਾਂ ਇਨਫੋਰਮੇਸ਼ਨ ਨੂੰ। ਜਦੋਂ ਕਿ ਕੰਸਟਰਕਟਿਵਿਜ਼ਮ ਜਿਹੜਾ ਹੈ ਇਹ ਇਸ ਤਰ੍ਹਾਂ ਨਾਲ ਕਹਿੰਦਾ ਹੈ ਕਿ ਜਿਹੜਾ ਇੰਡੀਵਿਜੂਅਲ ਹੈ ਉਹ ਪਰਸਨਲ ਐਕਸਪੀਰੀਅੰਸ ਦੇ ਥਰੂ ਜਿਹੜਾ ਹੈ ਨੌਲੇਜ ਕੰਸਟਰਕਟ ਕਰਦਾ ਹੈ। ਜਦੋਂ ਕਿ ਕੋਆਪਰੇਟਿਵਿਜ਼ਮ ਜਿਹੜਾ ਹੈ ਉਹ ਇਸ ਤਰ੍ਹਾਂ ਨਾਲ ਗੱਲ ਕਰਦਾ ਹੈ ਕਿ ਵੀ ਲਰਨ ਟੁਗੈਦਰ। ਉਹ ਕਹਿੰਦੇ ਆ ਕਿ ਅਸੀਂ ਲਰਨਿੰਗ ਜਿਹੜੀ ਹੈ ਉਹ ਕੋਲੈਬੋਰੇਟਿਵ ਵੇ ਨਾਲ ਜਿਹੜੀ ਹੈ ਗੇਨ ਕਰਦੇ ਹਾਂ। ਤਾਂ ਇਹਨਾਂ ਚਾਰੋਂ ਅਪਰੋਚਿਸ ਨੂੰ ਜਦੋਂ ਅਸੀਂ ਸਟੱਡੀ ਕਰਦੇ ਹਾਂ ਤਾਂ ਅਸੀਂ ਬਿਹੇਵੀਅਰਿਸਟਿਕ ਅਸੈਸਮੈਂਟ ਅਪਰੋਚ ਜਿਹੜੀ ਹੈ ਉਸ ਦੀ ਅੱਜ ਗੱਲ ਕਰਨੀ ਹੈ। ਇਹਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਇਹ ਅਪਰੋਚ ਹੈ ਇਟ ਇਜ਼ ਟੂ ਅੰਡਰਸਟੈਂਡ ਦ ਐਂਡ ਚੇਂਜਿੰਗ ਬਿਹੇਵੀਅਰ ਬਾਏ ਬਿਹੇਵੀਅਰਿਜ਼ਮ ਨੂੰ ਜੇਕਰ ਅਸੀਂ ਜਾਂ ਬਿਹੇਵੀਅਰਲ ਅਸੈਸਮੈਂਟ ਅਪਰੋਚ ਜਿਹੜੀ ਹੈ ਇਸ ਨੂੰ ਅਸੀਂ ਸਮਝਣਾ ਹੋਵੇ ਤਾਂ ਅਸੀਂ ਦੇਖਦੇ ਹਾਂ ਕਿ ਬਿਹੇਵੀਅਰਲ ਅਸੈਸਮੈਂਟ refers to an approach to understanding and changing the behavior by identifying the context in which it occurs। ਤਾਂ ਇਹਦਾ ਮਤਲਬ ਹੈ ਕਿ ਅਸੀਂ ਕਿਸੇ ਬਿਹੇਵੀਅਰ ਨੂੰ ਚੈਨਲਾਈਜ਼ ਕਰਨਾ ਹੈ, ਅਸੀਂ ਕਿਸੇ ਬਿਹੇਵੀਅਰ ਨੂੰ ਮੋਡੀਫਾਈ ਕਰਨਾ ਹੈ, ਇਹ ਸਮਝਦੇ ਹੋਏ ਕਿ ਉਹ ਬਿਹੇਵੀਅਰ ਕਿਸ ਪਰਟੀਕੂਲਰ ਕੰਟੈਕਸਟ ਦੇ ਵਿੱਚ ਜਿਹੜਾ ਹੈ ਉਹ ਐਗਜ਼ੀਬਿਟ ਹੁੰਦਾ ਹੈ। और behavioral assessment refers to assessing and measuring the various constituents of the behavior that are indicative of why a certain behavior occurs and what causes that behavior। ਤਾਂ ਅਸੀਂ ਇਹਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਹੈ ਉਹ ਕਿਹੜੇ ਤੱਤ ਨੇ ਜਾਂ ਉਹ ਕਿਹੜੇ ਫੈਕਟਰ ਨੇ ਜਿਹੜੇ ਕਿਸੇ ਪਰਟੀਕੂਲਰ ਬਿਹੇਵੀਅਰ ਦੀ ਜਿਹੜੀ ਅਕਰੈਂਸ ਹੈ ਉਹਦਾ ਕਾਰਨ ਬਣਦੇ ਹੈ, ਔਰ ਉਹ ਕਿਉਂ ਜਿਹੜਾ ਹੈ ਉਹ ਬਿਹੇਵੀਅਰ ਵਾਰ-ਵਾਰ ਜਿਹੜਾ ਹੈ ਸਟੂਡੈਂਟ ਸ਼ੋ ਕਰਦਾ ਹੈ। ਤਾਂ ਇਸ ਦੇ ਵਿੱਚ ਅਸੀਂ ਅਵਰਟ ਬਿਹੇਵੀਅਰ ਦੀ ਗੱਲ ਕਰਦੇ ਹਾਂ, ਅਸੀਂ ਜਿਹੜਾ ਹੈ ਸਾਈਕੋਮੋਟਰ ਬਿਹੇਵੀਅਰ ਦੀ ਗੱਲ ਕਰਦੇ ਹਾਂ, ਅਸੀਂ ਫੀਲਿੰਗਸ ਦੀ ਗੱਲ ਕਰਦੇ ਹਾਂ, ਅਸੀਂ ਕੋਗਨੀਟਿਵ ਦੀ ਗੱਲ ਕਰਦੇ ਹਾਂ, ਜਿਹੜੇ ਐਂਡ ਦੇਅਰ ਕੰਟਰੋਲਿੰਗ ਵੇਰੀਏਬਲ ਕਿਹੜੇ ਉਹ ਵੇਰੀਏਬਲ ਨੇ ਜਿਹੜੇ ਇਹਨਾਂ ਬਿਹੇਵੀਅਰ ਨੂੰ ਕੰਟਰੋਲ ਕਰਦੇ ਨੇ, ਔਰ ਇੰਡੀਵਿਜੂਅਲ ਔਰ ਆਊਟਸਾਈਡ ਦਾ ਇੰਡੀਵਿਜੂਅਲ ਉਹ ਕਿੱਥੇ ਐਗਜ਼ਿਸਟ ਕਰਦੇ ਨੇ, ਅਸੀਂ ਉਹਨਾਂ ਸਾਰੇ ਵੇਰੀਏਬਲਸ ਨੂੰ ਪੜ੍ਹਨਾ ਹੁੰਦਾ ਹੈ। ਬਿਹੇਵੀਅਰਲ ਅਸੈਸਮੈਂਟ ਫੋਕਸ ਔਨ ਵਾਟ ਅ ਪਰਸਨ ਡਜ਼ ਰੈਦਰ ਦੈਨ ਔਨ ਵਾਟ ਅ ਪਰਸਨ ਹੈਜ਼। ਔਰ ਅਸੀਂ ਇਹ ਜਾਣਨ ਦੀ ਬਜਾਏ ਕਿ ਵਿਅਕਤੀ ਕੌਣ ਹੈ, ਉਹ ਕੀ ਹੈ, ਇਹ ਨਾ ਸਮਝਦੇ ਹੋਏ ਅਸੀਂ ਇਸ ਨੂੰ ਜ਼ਿਆਦਾ ਫੋਕਸ ਕਰਦੇ ਹਾਂ ਕਿ ਉਸਨੇ ਕੀ ਕੀਤਾ। ਠੀਕ ਹੈ, ਇਹ ਜਾਣਦੇ ਹੋਏ ਕਿ ਕੋਈ ਵਿਅਕਤੀ ਜਿਹੜਾ ਹੈ ਉਹ ਬੜਾ ਰਿਲੀਜੀਅਸ ਹੈ ਪਰ ਉਸਨੇ ਇੱਕ ਮਰਡਰ ਕੀਤਾ, ਤਾਂ ਸਾਡੇ ਲਈ ਮਰਡਰ ਉਸਦਾ ਕਰਨਾ ਜਾਂ ਉਹ ਐਕਟ ਆਫ ਡੂਇੰਗ ਦੈਟ ਮਰਡਰ ਦੈਟ ਇਜ਼ ਇੰਪੋਰਟੈਂਟ ਦੈਨ ਕਿ ਉਹ ਪਰਸਨ ਜਿਹੜਾ ਹੈ ਬੜਾ ਸੋਸ਼ਲੀ ਜਿਹੜਾ ਹੈ ਰਿਸਪੈਕਟੇਬਲ ਹੈ, ਬੜਾ ਵੈਲਦੀ ਹੈ, ਬੜਾ ਵੈਲ ਟੂ ਡੂ ਫੈਮਿਲੀ ਦਾ ਹੈ ਔਰ ਬੜਾ ਰਿਲੀਜੀਅਸ ਹੈ। ਇਸ ਦੀ ਬਜਾਏ ਅਸੀਂ ਇਹ ਨੂੰ ਫੋਕਸ ਕਰਨਾ ਹੈ ਕਿ ਉਸਨੇ ਕੀ ਕੀਤਾ। ਸਿਮਿਲਰ ਅਸੀਂ ਇਹ ਦੇਖਦੇ ਹਾਂ ਕਿ ਕੋਈ ਬੱਚਾ ਜਿਹੜਾ ਹੈ ਉਹ ਬੜਾ ਇੰਟੈਲੀਜੈਂਟ ਹੈ ਪਰ ਇੱਕ ਪਰਟੀਕੂਲਰ ਐਗਜ਼ਾਮ ਦੇ ਵਿੱਚ ਉਸਨੇ ਬਹੁਤ ਹੀ
ਜਿਹੜੀ ਹੈ ਪੂਅਰ ਪਰਫਾਰਮੈਂਸ ਦਿੱਤੀ ਤਾਂ ਸਾਡੇ ਲਈ ਇਹ ਜਾਣਨਾ ਜ਼ਿਆਦਾ ਜ਼ਰੂਰੀ ਨਹੀਂ ਹੈ ਕਿ ਉਸਦਾ IQ ਲੈਵਲ ਕੀ ਹੈ, ਪਰ ਉਹਦੀ ਪਰਫਾਰਮੈਂਸ ਜੋ ਸਾਡੇ ਸਾਹਮਣੇ ਹੈ ਅਸੀਂ ਉਸ ਨੂੰ ਜ਼ਿਆਦਾ ਜਿਹੜਾ ਹੈ ਵੇਟੇਜ ਦੇਵਾਂਗੇ। ਔਰ ਇਟ ਇਜ਼ ਅ ਫਾਰਮ ਆਫ ਮੈਜ਼ਰਮੈਂਟ ਬੇਸਡ ਔਨ ਦਾ ਆਬਜੈਕਟਿਵ ਰਿਕਾਰਡਿੰਗ ਆਫ ਦਾ ਪਰਸਨ ਬਿਹੇਵੀਅਰ। ਔਰ ਇਹਦੇ ਵਿੱਚ ਅਸੀਂ ਜਿਹੜਾ ਹੈ ਪਰਸਨ ਦਾ ਜਿਹੜਾ ਬਿਹੇਵੀਅਰ ਹੈ ਉਸ ਨੂੰ ਵਿਦਆਊਟ ਐਨੀ ਬਾਇਸ ਜਿਹੜਾ ਹੈ ਮੈਜ਼ਰ ਕਰਨ ਦੀ ਗੱਲ ਕਰਦੇ ਹਾਂ। ਜਦੋਂ ਅਸੀਂ ਇਸ ਦੇ ਆਬਜੈਕਟਿਵਸ ਨੂੰ ਸਮਝਾਂਗੇ ਜਾਂ ਇਸ ਦੇ ਪਰਪਸਿਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬਿਹੇਵੀਅਰਲ ਅਸੈਸਮੈਂਟ ਅਪਰੋਚ ਦੀ, ਤਾਂ ਪਹਿਲਾ ਹੈ ਹੇਅਰ ਵੀ ਫੋਕਸ ਔਨ ਬਿਹੇਵੀਅਰਸ। ਤਾਂ ਪ੍ਰਾਈਮ ਆਬਜੈਕਟਿਵ ਇਹੀ ਹੈ ਕਿ ਅਸੀਂ ਮੈਜ਼ਰ ਜਾਂ ਅਸੀਂ ਇਵੈਲੂਏਟ ਕਰਦੇ ਹਾਂ ਦੋਨੋਂ ਤਰ੍ਹਾਂ ਦੇ ਬਿਹੇਵੀਅਰ, ਜਿਹੜੇ ਇੰਟਰਨਲ ਨੇ ਜਿਹੜੇ ਐਕਸਟਰਨਲ ਨੇ, ਔਰ ਦੈਟ ਅਕਰ ਇਨ ਅ ਸਪੈਸੀਫਿਕ ਸਿਚੁਏਸ਼ਨ, ਜਿਹੜੇ ਕਿਸੇ ਪਰਟੀਕੂਲਰ ਸਿਚੁਏਸ਼ਨ 'ਚ ਜਿਹੜਾ ਹੈ ਐਗਜ਼ੀਬਿਟ ਹੁੰਦੇ ਨੇ। ਅਸੀਂ ਬਿਹੇਵੀਅਰ ਨੂੰ ਆਬਜ਼ਰਵ ਕਰਦੇ ਹਾਂ ਇਨ ਅ ਸਪੈਸੀਫਿਕ ਐਟ ਅ ਸਪੈਸੀਫਿਕ ਟਾਈਮ ਇਨ ਅ ਲਿਮਿਟਡ ਲੋਕੇਸ਼ਨ। ਅਸੀਂ ਦੇਖਦੇ ਹਾਂ ਕਿ ਇੱਕ ਬੱਚਾ ਜਿਹੜਾ ਹੈ ਉਹ ਕਲਾਸਰੂਮ 'ਚ ਕਿਸ ਤਰ੍ਹਾਂ ਦਾ ਬਿਹੇਵੀਅਰ ਸ਼ੋ ਕਰਦਾ ਹੈ, ਉਹ ਗਰਾਊਂਡ 'ਚ ਕਿਸ ਤਰ੍ਹਾਂ ਦਾ ਬਿਹੇਵੀਅਰ ਸ਼ੋ ਕਰਦਾ ਹੈ। ਅਸੀਂ ਸਿਚੁਏਸ਼ਨ ਦੇ ਅਕੋਰਡਿੰਗ ਉਸਦੇ ਬਿਹੇਵੀਅਰ ਨੂੰ ਜਿਹੜਾ ਹੈ ਆਬਜ਼ਰਵ ਕਰਦੇ ਹਾਂ। ਐਂਡ ਵੇਰੀਏਬਲ ਐਂਡ ਕੰਸੈਪਟਸ ਵਿਦ ਦ ਡਿਸਕ੍ਰਿਪਸ਼ਨ ਆਫ ਬਿਹੇਵੀਅਰ, ਅਸੀਂ ਉਹ ਬਿਹੇਵੀਅਰ ਵੇਰੀਏਬਲ ਜਿਹੜੇ ਕਿਸੇ ਬਿਹੇਵੀਅਰ ਨੂੰ ਡਿਸਕ੍ਰਾਈਬ ਕਰਦੇ ਨੇ, ਅਸੀਂ ਉਹਨਾਂ ਨੂੰ ਜਿਹੜਾ ਹੈ ਸਮਝਣਾ ਹੁੰਦਾ ਹੈ ਔਰ ਆਬਜੈਕਟਿਵਲੀ ਅਸੀਂ ਉਹਨਾਂ ਨੂੰ ਅਸੈਸ ਕਰਨਾ ਹੈ। ਔਰ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਇਹ ਸਾਨੂੰ ਯੂਜ਼ਫੁਲ ਹੋਏਗੀ ਕੋਈ ਰਿਜ਼ਲਟ ਲੈਣ ਦੇ ਵਿੱਚ ਜਾਂ ਕੋਈ ਜਿਹੜੀ ਹੈ ਡਿਸੀਜਨ ਮੇਕਿੰਗ ਉਸ ਬੱਚੇ ਦੇ ਬਾਰੇ ਵਿੱਚ ਕਰਨ ਦੇ ਲਈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਦੇਖਣਾ ਹੈ ਕਿ ਇੱਕ ਬੱਚਾ ਬਹੁਤ ਬੁਲਿੰਗ ਹੈ ਨਾ, ਤਾਂ ਉਸਦੇ ਜਿਹੜੇ ਹੈ ਇਸ ਬਿਹੇਵੀਅਰ ਦੇ ਕੀ ਕਾਰਨ ਨੇ ਔਰ ਉਹ ਕਦੋਂ ਇਸ ਤਰ੍ਹਾਂ ਐਗਰੈਸ਼ਨ ਜਿਹੜਾ ਹੈ ਸ਼ੋ ਕਰਦਾ ਹੈ। ਬੱਚੇ 'ਚ ਐਗਰੈਸ਼ਨ ਹੈ, ਪਰ ਉਸ ਐਗਰੈਸ਼ਨ ਦੇ ਥਰੂ ਅਸੀਂ ਉਸ ਨੂੰ ਜਿਹੜਾ ਹੈ ਕਿਵੇਂ ਮੋਡੀਫਾਈ ਕਰਕੇ ਬੱਚੇ ਦੇ ਬੈਟਰਮੈਂਟ ਲਈ ਵਰਤ ਸਕਦੇ ਹਾਂ, ਇਸ ਦੀ ਗੱਲ ਵੀ ਇਹਦੇ ਵਿੱਚ ਹੋਏਗੀ। ਕੁਆਂਟੀਫਾਈਂਗ ਦਾ ਬਿਹੇਵੀਅਰ, ਅਸੀਂ ਇਹ ਵੀ ਗੱਲ ਜਿਹੜੀ ਇਹਦੇ ਵਿੱਚ ਕਰਦੇ ਹਾਂ ਕਿ ਏਮ ਆਫ ਜਿਹੜਾ ਹੈ ਬਿਹੇਵੀਅਰਲ ਅਸੈਸਮੈਂਟ ਉਹ ਹੈ ਕਿ ਅਸੀਂ ਉਸ ਦੇ ਬਿਹੇਵੀਅਰ ਨੂੰ ਕੁਆਂਟੀਫਾਈ ਕਰਨਾ ਹੈ। ਅਸੀਂ ਉਸ ਨੂੰ ਮਾਰਕਸ ਦੇ ਵਿੱਚ ਚੇਂਜ ਕਰਾਂਗੇ to allow the reliable comparison across the time and person। ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਉਹ ਬੱਚਾ ਜਿਹੜਾ ਹੈ ਇੱਕ ਪਰਟੀਕੂਲਰ ਟਾਈਪ ਦਾ ਬਿਹੇਵੀਅਰ ਸ਼ੋ ਕਰਦਾ ਹੈ ਤਾਂ ਉਹ ਆਪਣੇ ਪੀਅਰਸ ਦੇ ਵਿੱਚ ਕਿੱਥੇ ਸਟੈਂਡ ਕਰਦਾ ਹੈ। ਮੰਨ ਲਓ ਇੱਕ ਬੱਚਾ ਹੈ ਬਹੁਤ ਅੱਛਾ ਪਲੇਅਰ ਹੈ, ਉਹ ਦੂਸਰਿਆਂ ਨਾਲ ਕਿਵੇਂ ਕੰਪੀਟ ਕਰਦਾ ਹੈ। ਇੱਕ ਬੱਚਾ ਹੈ ਉਹ ਬਹੁਤ ਅੱਛੇ ਅਕੈਡਮਿਕ ਸਕੋਰ ਦੇ ਨਾਲ ਹੈ, ਪਰ ਉਹ ਦੂਸਰਿਆਂ ਨਾਲ ਕਿਵੇਂ ਜਿਹੜਾ ਹੈ ਕੰਪੀਟ ਕਰਦਾ ਹੈ, ਜਾਂ ਅਸੀਂ ਉਸਨੂੰ ਕਿਵੇਂ ਕੰਪੇਅਰ ਕਰ ਸਕਦੇ ਹਾਂ, ਤਾਂ ਕਿ ਅਸੀਂ ਜਿਹੜਾ ਹੈ ਉਸ ਦੇ ਬਾਰੇ 'ਚ ਆਬਜੈਕਟਿਵ ਇਨਫੋਰਮੇਸ਼ਨ ਜਿਹੜੀ ਹੈ ਉਹ ਦੂਸਰੇ ਪਰਸਨ, ਉਸਦੇ ਪੇਰੈਂਟਸ, ਉਸਦੇ ਟੀਚਰਸ, ਉਸਦੇ ਜਿਹੜਾ ਹੈ ਕੰਸਰਨ ਹਾਇਰ ਇੰਸਟੀਟਿਊਟਸ ਜਾਂ ਜਿਹੜਾ ਹੈ ਇੰਪਲਾਇਰ ਜਿਹੜਾ ਹੈ ਉਸ ਨੂੰ ਦੇ ਸਕੀਏ। ਇਸ ਲਈ ਅਸੀਂ ਉਸ ਨੂੰ ਕੁਆਂਟੀਫਾਈ ਕਰਦੇ ਹਾਂ ਅਤੇ ਅਸੀਂ ਸਰਟੀਫਿਕੇਟ ਦੇ ਵਿੱਚ ਉਸਦੀ ਐਂਟਰੀ ਜਿਹੜੀ ਹੈ ਗ੍ਰੇਡਸ ਦੇ ਫਾਰਮ ਦੇ ਵਿੱਚ ਜਾਂ ਜਿਹੜਾ ਹੈ ਕਿਸੇ ਕੁਆਂਟੀਟੀ ਦੇ ਰੂਪ ਵਿੱਚ ਜਿਹੜਾ ਹੈ ਜਾਂ ਮਾਰਕਸ ਦੇ ਰੂਪ ਵਿੱਚ ਜਿਹੜਾ ਹੈ ਉਹ ਦੱਸਣੀ ਹੁੰਦੀ ਹੈ। ਇਸ ਲਈ ਅਸੀਂ ਜਿਹੜਾ ਹੈ ਉਸਦੀ ਬਿਹੇਵੀਅਰ ਸਟੱਡੀ ਕਰਨਾ ਹੈ। ਪਰ ਇੰਪਾਰਸ਼ਲ ਆਬਜ਼ਰਵੇਸ਼ਨ, ਅਸਲ ਵਿੱਚ ਬਿਹੇਵੀਅਰਿਸਟਿਕ ਜਿਹੜੀ ਹੈ ਅਸੈਸਮੈਂਟ, ਇਹਦਾ ਏਮ ਇਹ ਹੈ ਕਿ ਅਸੀਂ ਜਿਹੜਾ ਟੀਚਰ ਹੈ ਉਸ ਨੂੰ ਐਜ਼ ਅਬਜ਼ਰਵਰ ਟ੍ਰੇਨ ਕਰੀਏ ਤਾਂ ਕਿ ਉਹ ਵੇਰੀਅਸ ਸਟੈਂਡਰਡ ਮੈਜ਼ਰਸ ਨੂੰ ਯੂਜ਼ ਕਰਦੇ ਹੋਏ, ਟੈਕਨੀਕਸ ਨੂੰ ਯੂਜ਼ ਕਰਦੇ ਹੋਏ ਉਹ ਇਹ ਇੰਸ਼ੋਰ ਕਰੇ ਕਿ ਜਿਹੜਾ ਸਟੂਡੈਂਟ ਹੈ ਉਸਦੇ ਬਿਹੇਵੀਅਰ ਨੂੰ ਜਦੋਂ ਉਹ ਅਬਜ਼ਰਵ ਕਰ ਰਿਹਾ ਹੈ ਤਾਂ ਜਿਹੜੀਆਂ ਰਿਕਾਰਡਿੰਗ ਜਿਹੜਾ ਡਾਟਾ ਲਿਆ ਜਾ ਰਿਹਾ ਹੈ ਉਹ ਡਾਟਾ ਬਹੁਤ ਰਿਲਾਇਬਲ ਹੈ, ਉਹ ਡਾਟਾ ਸਟੈਂਡਰਡ ਆਫ ਕੰਸਿਸਟੈਂਸੀ ਨਾਲ ਹੈ, ਵਾਈਲ ਉਹ ਕਲੈਕਟ ਕਰ ਰਿਹਾ ਹੈ ਇਨਫੋਰਮੇਸ਼ਨ, ਔਰ ਉਹ ਆਬਜੈਕਟਿਵ ਹੈ, ਉਹ ਕਿਸੇ ਤਰ੍ਹਾਂ ਦੇ ਬਾਈਸਨੈਸ ਨਾਲ ਨਹੀਂ ਹੈ। ਸਾਡਾ ਏਮ ਇਹ ਵੀ ਹੈ ਕਿ ਅਸੀਂ ਉਸਨੂੰ ਟ੍ਰੇਨਿੰਗ ਦੇਣੀ ਹੈ। ਦੂਸਰੀ ਗੱਲ ਜਿਹੜੀ ਅੱਗੇ ਅਸੀਂ ਜਾਣਨਾ ਚਾਹੁੰਦੇ ਹਾਂ ਉਹ ਹੈ ਕਿ ਟੂ ਇੰਪੈਰੀਕਲ ਵੈਲੀਡੇਸ਼ਨ, ਵੈਲੀਡੇਟ ਦਾ ਮੈਜ਼ਰ। ਅਸੀਂ ਇਹ ਵੀ ਦੇਖਣਾ ਹੈ ਕਿ ਜਿਹੜਾ ਇੱਕ ਬੱਚਾ ਹੈ ਅਸੀਂ ਉਸਦੀ ਜਿਹੜੀ ਹੈ ਇੰਪੋਰਟੈਂਸ ਇਸ ਚੀਜ਼ ਨੂੰ ਦਿੰਦੇ ਹਾਂ ਕਿ ਜਿਹੜੀ ਕੰਸਿਸਟੈਂਸੀ ਇਨ ਮੈਜ਼ਰਮੈਂਟ ਹੋਵੇ ਅਕਰੋਸ ਦ ਸਿਚੁਏਸ਼ਨ। ਜਦੋਂ ਅਸੀਂ ਇੱਕ ਵਾਰ ਉਸਦੇ ਬਿਹੇਵੀਅਰ ਨੂੰ ਕਿਸੇ ਜਿਹੜਾ ਹੈ ਆਬਜੈਕਟਿਵਿਟੀ ਨਾਲ ਚੈੱਕ ਕਰਦੇ ਹਾਂ ਤਾਂ ਉਸ ਤੋਂ ਬਾਅਦ ਜੇਕਰ ਸੇਮ ਸਿਚੁਏਸ਼ਨ ਬਹੁਤ ਟਾਈਮ ਗੈਪ ਤੋਂ ਬਾਅਦ ਵੀ ਅਸੀਂ ਉਸਨੂੰ ਕਰੀਏ ਤਾਂ ਵੀ ਉਹ ਸੇਮ ਰਿਜ਼ਲਟ ਦੇਵੇ, ਔਰ ਅਸੀਂ ਉਸਨੂੰ ਐਮਪੀਰੀਕਲੀ, ਅਸੀਂ ਉਸਨੂੰ ਰੈਸ਼ਨਲੀ, ਅਸੀਂ ਉਸਨੂੰ ਜਿਹੜਾ ਹੈ ਲੌਜੀਕਲੀ ਜਿਹੜਾ ਹੈ ਵੈਲੀਡੇਟ ਕਰ ਪਾਈਏ। ਅਤੇ ਇਸ ਦੇ ਲਈ ਜਿਹੜਾ ਹੈ ਅਸੀਂ ਮੈਜ਼ਰਮੈਂਟ ਕਰਦੇ ਹਾਂ ਟੂ ਆਈਡੈਂਟੀਫਾਈ ਦਾ ਐਂਡ ਮਿਨੀਮਾਈਜ਼ਿੰਗ ਦਾ ਐਰਰ। ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਜਦੋਂ ਅਸੀਂ ਅਬਜ਼ਰਵ ਕਰ ਰਹੇ ਹੁੰਦੇ ਹਾਂ ਤਾਂ ਸਮ ਟਾਈਮ ਜਿਹੜੇ ਹੈਗੇ ਆ ਜਿਹੜੇ ਹੈ ਬੱਚੇ ਦੇ ਬਿਹੇਵੀਅਰ ਨੂੰ ਸਟੱਡੀ ਕਰਦੇ ਹੋਏ ਜਿਹੜੇ ਹੈ ਕਾਫੀ ਤਰ੍ਹਾਂ ਦੇ ਐਰਰ ਆ ਸਕਦੇ ਆ। ਉਹ ਐਰਰ ਜਿਹੜੇ ਹੈਗੇ ਆ ਉਹ ਪਰਸਨਲ
ਪਰਸਨੈਲਿਟੀ ਦੇ ਬੇਸਿਸ 'ਤੇ ਹੋ ਸਕਦੇ ਆ, ਉਹ ਕਿਸੇ ਫਿਲੋਸਫੀਕਲ ਬਾਇਸ ਦੇ ਕਾਰਨ ਹੋ ਸਕਦੇ, ਕਿਸੇ ਸਾਈਕੋਲੋਜੀਕਲ ਬਾਇਸ ਦੇ ਕਾਰਨ ਹੋ ਸਕਦੇ, ਜਾਂ ਉਹ ਜਿਹੜਾ ਟੂਲ ਅਸੀਂ ਯੂਜ਼ ਕਰ ਰਹੇ ਹਾਂ ਉਸ ਦੀ ਐਰਰ ਦੇ ਕਾਰਨ ਹੋ ਸਕਦੇ ਆ। ਤਾਂ ਅਸੀਂ ਸਾਡਾ ਕੋਸ਼ਿਸ਼ ਜਿਹੜੀ ਰਹਿੰਦੀ ਹੈ ਕਿ ਅਸੀਂ ਮਿਨੀਮਮ ਐਰਰ ਦੇ ਨਾਲ ਜਿਹੜਾ ਹੈ ਬੱਚੇ ਨੂੰ ਅਬਜ਼ਰਵ ਕਰੀਏ, ਤਾਂ ਕਿ ਅਸੀਂ ਉਸ ਚੀਜ਼ ਦੇ ਬਾਰੇ ਵਿੱਚ ਜਿਹੜੀ ਨੇ ਇੰਪਾਰਸ਼ਲ ਜਿਹੜੀਆਂ ਨੇ ਉਹ ਡਿਸੀਜਨ ਮੇਕਿੰਗ ਹੋ ਸਕੇ। ਔਰ ਇਸ ਦੇ ਲਈ ਸਾਨੂੰ ਜਿਹੜਾ ਹੈ ਇਹ ਚੀਜ਼ ਦੇਖਣੀ ਹੈ ਕਿ ਕਿਹੜੇ ਸਟੈਟਿਸਟੀਕਲ ਮੈਥਡ ਜਿਹੜੇ ਨੇ ਉਹ ਪੋਸੀਬਲ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹੋਏ ਜਿਹੜਾ ਹੈ ਬੱਚੇ ਦੇ ਬਿਹੇਵੀਅਰ ਨੂੰ ਅਬਜ਼ਰਵ ਕਰੀਏ, ਤਾਂ ਕਿ ਜਿਹੜਾ ਹੈ ਬਿਹੇਵੀਅਰ ਜਿਹੜਾ ਹੈ ਉਸ ਦੇ ਬਾਰੇ ਵਿੱਚ ਆਬਜੈਕਟਿਵ ਢੰਗ ਨਾਲ ਜਿਹੜੀਆਂ ਰੈਕਟਸ ਨੇ ਉਹਨਾਂ ਨੂੰ ਜਿਹੜਾ ਹੈ ਫਰੇਮ ਕੀਤਾ ਜਾ ਸਕੇ ਜਾਂ ਫਾਰਮ ਕੀਤਾ ਜਾ ਸਕੇ, ਤਾਂ ਕਿ ਬੱਚਾ ਜਿਹੜਾ ਹੈ ਉਸ ਦੇ ਬਾਰੇ ਵਿੱਚ ਅਸੀਂ ਐਕਚੁਅਲ ਜਿਹੜੀ ਹੈ ਉਸ ਦੀ ਅਸੈਸਮੈਂਟ ਉਹ ਕਰ ਪਾਈਏ। From the environment which cause behavior to occur, ਆਮ ਤੌਰ 'ਤੇ ਅਸੀਂ ਸਾਡਾ ਬਿਹੇਵੀਅਰ ਜਿਹੜਾ ਹੈ ਮੋਡੀਫਿਕੇਸ਼ਨ ਏਮ ਹੈ ਬੱਚੇ ਦਾ, ਅਸੀਂ ਕਹਿੰਦੇ ਹਾਂ ਕਿ ਬਿਹੇਵੀਅਰ ਜਿਹੜਾ ਹੈ ਮੋਡੀਫਿਕੇਸ਼ਨ ਇਜ਼ ਐਜੂਕੇਸ਼ਨ। ਜੇ ਐਜੂਕੇਸ਼ਨ ਨੂੰ ਹੀ ਬਿਹੇਵੀਅਰ ਮੋਡੀਫਿਕੇਸ਼ਨ ਦਾ ਜਿਹੜਾ ਹੈ ਸੈਂਟਰ ਪੁਆਇੰਟ ਮੰਨ ਲਿਆ ਜਾਏਗਾ, ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਉਸ ਤਰ੍ਹਾਂ ਦਾ ਬਿਹੇਵੀਅਰ ਸ਼ੇਪ ਕਰੀਏ ਜਿਸ ਤਰ੍ਹਾਂ ਦਾ ਅਸੀਂ ਟਾਰਗੇਟ ਕਰਨਾ ਚਾਹੁੰਦੇ ਹਾਂ, ਜਾਂ ਜਿਸ ਤਰ੍ਹਾਂ ਦਾ ਅਸੀਂ ਜਿਹੜਾ ਹੈ ਐਕਸਪੈਕਟ ਕਰਦੇ ਹਾਂ ਕਿ ਇੱਕ ਪਰਟੀਕੂਲਰ ਜਿਹੜੀ ਹੈ ਟੀਚਿੰਗ ਕੰਡੀਸ਼ਨ ਜਾਂ ਜਿਹੜੀ ਹੈ ਕਲਾਸ ਜਾਂ ਕੋਰਸ ਤੋਂ ਬਾਅਦ ਉਹਦੇ ਵਿੱਚ ਹੋਵੇ। ਜੇ ਅਸੀਂ ਕੋਈ ਸਕਿੱਲ ਡਿਵੈਲਪ ਕਰ ਰਹੇ ਹਾਂ ਤਾਂ ਦੈਟ ਪਰਸਨ ਸ਼ੁੱਡ ਬੀ ਵਿਦ ਦੈਟ ਐਫੀਸ਼ੀਐਂਸੀ ਆਫ ਐਂਡ ਐਫੀਕੇਸੀ ਆਫ ਸਕਿੱਲਸ। ਅਤੇ ਜੇ ਅਸੀਂ ਉਹਦੇ ਵਿੱਚ ਕੋਈ ਕੋਗਨੀਟਿਵ ਡਿਵੈਲਪਮੈਂਟ ਕਰ ਰਹੇ ਹਾਂ ਤਾਂ ਵੀ ਵਾਂਟ ਦੈਟ ਮੈਕਸੀਮਮ ਅਚੀਵਮੈਂਟ ਆਫ ਦ ਚਾਈਲਡ। ਅਤੇ ਜੇਕਰ ਅਸੀਂ ਉਸ ਦਾ ਕੋਈ ਇਮੋਸ਼ਨ ਜਿਹੜਾ ਹੈ ਟ੍ਰੇਨਿੰਗ ਦੀ ਗੱਲ ਕਰ ਰਹੇ ਹਾਂ ਤਾਂ ਦੇਅਰ ਸ਼ੁੱਡ ਬੀ ਦੈਟ ਰਿਫਾਈਨਮੈਂਟ ਇਨ ਦਾ ਇਮੋਸ਼ਨਲ ਡੋਮੇਨ ਆਫ ਦਾ ਚਾਈਲਡ। ਤਾਂ ਅਸੀਂ ਇੱਥੇ ਉਹ ਸਿਚੁਏਸ਼ਨਲ ਜਿਹੜੇ ਇਨਫਲੂਐਂਸਿਸ ਨੇ ਉਹਨਾਂ ਨੂੰ ਡਿਸਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਇੰਡੀਕੇਟਰਸ, ਉਹ ਸਟਿਮੂਲੀਸ, ਉਹ ਈਵੈਂਟਸ ਜਿਨ੍ਹਾਂ ਨੂੰ ਬੱਚਾ ਰਿਸਪੌਂਡ ਕਰਦਾ ਹੈ। ਜਿਵੇਂ ਅਸੀਂ ਕਹਿੰਦੇ ਕਿ ਕੋਈ ਫੀਡਬੈਕ ਹੁੰਦੀ ਹੈ ਛੋਟੇ ਬੱਚੇ ਨੂੰ, ਤਾਂ ਤੁਸੀਂ ਦੇਖਿਆ ਹੋਵੇਗਾ ਉਹਦੀ ਨੋਟਬੁੱਕ ਦੇ ਉੱਪਰ ਮੈਡਮ ਕੈਂਡੀ ਬਣਾ ਦਿੰਦੀ ਹੈ, ਔਰ ਉਹ ਉਸ ਲਈ ਐਵੇਂ ਹੁੰਦਾ ਹੈ ਜਿਵੇਂ ਜਿਹੜਾ ਹੈ ਨੋਬਲ ਪ੍ਰਾਈਜ਼ ਵਿਨ ਕਰ ਲਿਆ ਹੋਵੇ, ਤਾਂ ਉਹ ਆ ਕੇ ਸਾਰੇ ਪੇਰੈਂਟਸ ਨੂੰ ਦਿਖਾਉਂਦਾ ਕਿ ਅੱਜ ਮੈਨੂੰ ਕੈਂਡੀ ਮਿਲੀ ਹੈ। ਤਾਂ ਇਹਦਾ ਮਤਲਬ ਹੈ ਉਹ ਬੱਚੇ ਲਈ ਮੋਟੀਵੇਸ਼ਨਲ ਹੈ, ਬੱਚਾ ਉਸ ਨੂੰ ਰਿਸਪੌਂਡ ਕਰਦਾ ਹੈ। ਤਾਂ ਅਗਲੇ ਦਿਨ ਉਸ ਦੀ ਇਹ ਇੱਛਾ ਰਹਿੰਦੀ ਹੈ ਕਿ ਮੈਨੂੰ ਫਿਰ ਕੈਂਡੀ ਮਿਲੇ ਜਾਂ 2 ਕੈਂਡੀਜ਼ ਮਿਲਣ। ਤਾਂ ਇੱਕ ਕੈਂਡੀ ਡਰਾ ਕਰਨ ਨਾਲ ਹੀ ਬੱਚੇ ਲਈ ਮੋਟੀਵੇਸ਼ਨ ਹੈ। ਤਾਂ ਅਸੀਂ ਉਹ ਉਸੇ ਤਰ੍ਹਾਂ ਦੇ ਅਸੀਂ ਬੱਚੇ ਦੇ ਨੈਚੁਰਲ ਇਨਵਾਇਰਨਮੈਂਟ ਦੇ ਵਿੱਚ ਅਸੀਂ ਬਿਹੇਵੀਅਰ ਨੂੰ ਡਾਇਰੈਕਟ ਅਬਜ਼ਰਵ ਕਰਦੇ ਹੋਏ ਇਹ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਜਿਹੜਾ ਹੈ ਉਹ ਕਿੰਨਾ ਪਰਟੀਕੂਲਰ ਚੀਜ਼ਾਂ ਵੱਲ ਜ਼ਿਆਦਾ ਜਿਹੜਾ ਹੈ ਰਿਸਪੌਂਡ ਕਰਦਾ ਹੈ। ਅਸੀਂ ਇਹ ਹੈਲਪ ਕਰੇਗਾ ਸਾਨੂੰ ਇਹ ਟਰਾਈ ਕਰਨ 'ਚ ਕਿ ਉਹਦਾ ਡੋਮੀਨੇਟਿੰਗ ਪਰਸਨੈਲਿਟੀ ਡੋਮੇਨ ਕਿਹੜੀ ਹੈ। ਜੇ ਤਾਂ ਉਹ ਕੋਗਨੀਟਿਵ ਜਿਹੜਾ ਹੈ ਥਾਟ ਪ੍ਰੋਸੈਸ ਦੀ ਗੱਲ ਕਰਦਾ ਹੈ, ਲੌਜਿਕ, ਰੀਜ਼ਨਿੰਗ, ਅਕੈਡਮਿਕਸ ਦੇ ਵਿੱਚ ਬਹੁਤ ਅੱਛਾ ਕਰ ਰਿਹਾ ਹੈ, ਤਾਂ ਅਸੀਂ ਉਸ ਦੀ ਰਿਫਾਈਨਮੈਂਟ ਕਰਾਂਗੇ। ਪਰ ਜੇਕਰ ਬੱਚਾ ਡਰਾਇੰਗ, ਪੇਂਟਿੰਗ, ਸਪੋਰਟਸ ਦੇ ਵਿੱਚ ਜਿਹੜਾ ਹੈ ਐਕਸੈਲ ਕਰ ਰਿਹਾ ਜਾਂ ਉਹਦਾ ਇੰਟਰਸਟ ਉੱਧਰ ਹੈ, ਜਿਵੇਂ ਉਹ ਤਾਰੇ ਜ਼ਮੀਂ ਪਰ ਪਿਕਚਰ ਤੁਸੀਂ ਦੇਖੀ ਹੋਏਗੀ, ਉਹਦੇ ਵਿੱਚ ਇੱਕ ਉਹ ਲੜਕਾ ਹੈ ਇਸ਼ਾਂਤ, ਉਹ ਜਿਹੜਾ ਹੈ ਅਕੈਡਮਿਕ ਅੱਛੀ ਨਹੀਂ ਕਰ ਪਾ ਰਿਹਾ ਪਰ ਉਹ ਡਰਾਇੰਗ ਅੱਛੀ ਕਰਦਾ ਹੈ। ਤਾਂ ਸਾਰਿਆਂ ਨੂੰ ਅਸੀਂ ਇੱਕੋ ਰੱਸੀ ਨਾਲ ਨਹੀਂ ਬੰਨ੍ਹ ਸਕਦੇ। ਤਾਂ ਸਾਡਾ ਬਿਹੇਵੀਅਰ ਅਸੀਂ ਦੇਖਣਾ ਹੈ ਕਿ ਉਹਦਾ ਨੈਚੁਰਲ ਇਨਵਾਇਰਨਮੈਂਟ 'ਚ ਉਹਦੀ ਇੰਟਰਸਟ, ਉਹਦੀਆਂ ਹੌਬੀਜ਼, ਉਸਦਾ ਜਿਹੜਾ ਹੈ ਅਟਰੈਕਸ਼ਨ ਏਰੀਆ ਕਿਹੜੇ ਨੇ, ਅਸੀਂ ਉਸ ਨੂੰ ਉਸੇ ਵਿੱਚ ਐਕਸੈਲ ਕਰਨ ਲਈ ਹੈਲਪ ਕਰਨੀ ਹੈ। ਤਾਂ ਏਮ ਜਿਹੜਾ ਹੈ ਬਿਹੇਵੀਅਰ ਅਸੈਸਮੈਂਟ ਦਾ ਇਹ ਹੈ ਕਿ ਅਸੀਂ ਉਸਦੇ ਡੋਮੀਨੇਟਿੰਗ ਬਿਹੇਵੀਅਰ ਜਿਹੜੇ ਨੇ ਉਹਨਾਂ ਨੂੰ ਇਨਫਲੂਐਂਸ ਕਰਨ ਵਾਲੇ ਜਿਹੜੇ ਨੈਚੁਰਲ ਜਿਹੜੇ ਹੈ ਫੈਕਟਰ ਨੇ ਉਹਨਾਂ ਨੂੰ ਟ੍ਰੇਸ ਕਰੀਏ। ਕਿਹੜੇ ਫੈਕਟਰ ਨੇ ਜਿਹੜੇ ਉਸ ਨੂੰ ਮੋਟੀਵੇਟ ਕਰਦੇ ਆ, ਠੀਕ ਹੈ। ਉਸ ਨੂੰ ਇੱਕ ਸਰਵੇ ਅਸਾਈਨਮੈਂਟ ਜਿਹੜਾ ਹੈ ਪ੍ਰੋਜੈਕਟ ਮੋਟੀਵੇਟ ਕਰਦਾ ਹੈ, ਜਾਂ ਉਸ ਨੂੰ ਜਿਹੜਾ ਹੈ ਸਪੋਰਟਸ ਦਾ ਇੱਕ ਮੈਚ ਮੋਟੀਵੇਟ ਕਰਦਾ ਹੈ, ਜਾਂ ਉਸ ਨੂੰ ਜਿਹੜਾ ਹੈ ਕੋਈ ਕੋ ਕਰਿਕੂਲਰ ਐਕਟੀਵਿਟੀ ਪਾਰਟ ਕਰਨਾ, ਕੋਈ ਸਟੋਰੀ ਰਾਈਟਿੰਗ, ਕੋਈ ਪੋਇਮ ਰਾਈਟਿੰਗ, ਕੋਈ ਹੋਰ ਤਰ੍ਹਾਂ ਨਾਲ ਕਿਸੇ ਢੰਗ ਨਾਲ ਜਿਹੜਾ ਹੈ ਉਸ ਨੂੰ ਹੈਲਪ ਜਿਹੜਾ ਹੈ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ। ਤਾਂ ਅਸੀਂ ਉਹ ਬਿਹੇਵੀਅਰ ਜਿਹੜੇ ਨੇ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ। ਅਗਲੀ ਜਿਹੜੀ ਗੱਲ ਅਸੀਂ ਇਹਦੇ ਵਿੱਚ ਕਹਿਣਾ ਚਾਹੁੰਦੇ ਹਾਂ ਕਿ ਉਹ ਹੈ ਕਿ ਅਸੀਂ ਮਲਟੀਪਲ ਸੋਰਸ ਯੂਜ਼ ਕਰਦੇ ਹਾਂ ਫਾਰ ਕਲੈਕਸ਼ਨ ਆਫ ਇਨਫੋਰਮੇਸ਼ਨ ਸੋ ਦੈਟ ਵੀ ਕੁਡ ਵੈਲੀਡੇਟ ਦਾ ਡਾਟਾ, ਵੀ ਕੁਡ ਰੀਵੈਲੀਡੇਟ ਦਾ ਡਾਟਾ। ਮਤਲਬ ਅਸੀਂ ਬੱਚੇ ਦੇ ਬਿਹੇਵੀਅਰ ਬਾਰੇ ਕੋਈ ਇੱਕ ਰੀਡਿੰਗ ਲੈ ਕੇ ਨਹੀਂ ਕਹਿ ਦਿੰਦੇ ਕਿ ਇੰਜੀਨੀਅਰ ਬਣ ਜਾਏਗਾ, ਜਾਂ ਇਹ ਸਾਇੰਟਿਸਟ ਬਣੇਗਾ, ਅਤੇ ਜਾਂ ਇਹ ਸਚਿਨ ਤੇਂਦੁਲਕਰ ਬਣ ਜਾਏਗਾ, ਜਾਂ ਇਹ ਲਤਾ ਮੰਗੇਸ਼ਕਰ ਬਣਨ ਵਾਲੀ ਹੈ। ਇਸ ਤਰ੍ਹਾਂ ਨਹੀਂ ਹੈ। ਅਸੀਂ ਉਸ ਬੱਚੇ ਦੇ ਜਿਹੜਾ ਹੈ
ਬਿਹੇਵੀਅਰਲ ਦੀਆਂ ਆਬਜ਼ਰਵੇਸ਼ਨ ਜਿਹੜੀਆਂ ਨੇ ਜਾਂ ਉਹਦੇ ਵਿੱਚ ਜਿਹੜਾ ਡਾਟਾ ਹੈ ਜਾਂ ਜਿਹੜੀ ਉਹਦੇ ਫੈਕਟਸ ਨੇ ਉਹਨਾਂ ਨੂੰ ਮਲਟੀਪਲ ਸੋਰਸਿਸ ਤੋਂ ਕਲੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਦੇ ਅਸੀਂ ਉਸ ਦੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਦੇ ਅਸੀਂ ਉਸ ਨੂੰ ਜਿਹੜਾ ਹੈ ਟੀਚਰ ਜਿਹੜੇ ਨੇ ਉਹਦੇ ਉਹਨਾਂ ਤੋਂ ਰੇਟ ਕਰਾਉਂਦੇ ਹਾਂ, ਕਦੇ ਅਸੀਂ ਬੱਚੇ ਤੋਂ ਆਪਣੇ ਜਿਹੜੇ ਟ੍ਰੇਟਸ ਨੇ ਉਹਨਾਂ ਦੀ ਚੈੱਕਲਿਸਟ ਕਰਾਉਂਦੇ ਹਾਂ ਕਿ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ, ਤੁਸੀਂ ਮਾਰਨਿੰਗ ਵਾਕ ਜਾਂਦੇ ਹੋ, ਤੁਸੀਂ ਜਿਹੜਾ ਹੈ ਤੁਹਾਡਾ ਰੂਟੀਨ ਕੀ ਹੈ, ਡਿਸਿਪਲਿਨ ਹੈ, ਇਮਾਨਦਾਰ ਕਿੰਨੇ ਹੋ ਵਗੈਰਾ ਵਗੈਰਾ। ਤਾਂ ਉਹ ਆਪਣੇ ਆਪ ਨੂੰ ਸੈਲਫ ਰੇਟ ਕਰਦਾ ਹੈ। ਠੀਕ ਹੈ, ਤੁਸੀਂ ਸੌਣ ਤੋਂ ਪਹਿਲਾਂ ਬਰੱਸ਼ ਕਰਦੇ ਹੋ ਕਿ ਨਹੀਂ ਕਰਦੇ ਹੋ। ਅਤੇ ਇਹਦਾ ਮਤਲਬ ਹੈ ਉਹ ਬੱਚਾ ਆਪਣੇ ਟ੍ਰੇਟਸ ਨੂੰ ਚੈੱਕਲਿਸਟ ਕਰ ਰਿਹਾ ਹੈ। ਸੈਲਫ ਰਿਪੋਰਟਿੰਗ ਵੀ ਕਰਦਾ ਹੈ ਬੱਚਾ ਆਪਣੇ ਵੱਲੋਂ, ਜਦੋਂ ਕੁਛ ਅਟੇਨ ਕਰਦਾ ਹੈ, ਜਦੋਂ ਕੁਛ ਮਿਸ ਕਰਦਾ ਹੈ, ਉਹ ਆਪਣੀ ਰਿਪੋਰਟਿੰਗ ਵੀ ਦਿੰਦਾ ਹੈ। ਔਰ ਅਸੀਂ ਸਟੈਂਡਰਡ ਇੰਸਟਰੂਮੈਂਟਸ ਅਸੀਂ ਟੈਸਟ ਵੀ ਲਗਾਉਂਦੇ ਹਾਂ। ਇੰਟੈਲੀਜੈਂਸ ਦਾ ਟੈਸਟ ਲਗਾਇਆ ਜਾ ਸਕਦਾ, ਇੰਟਰਸਟ ਦਾ ਟੈਸਟ ਲਗਾਇਆ ਜਾ ਸਕਦਾ, ਐਟੀਟਿਊਡ ਦਾ ਟੈਸਟ ਲਗਾਇਆ ਜਾ ਸਕਦਾ, ਐਪਟੀਟਿਊਡ ਦਾ ਟੈਸਟ ਲਗਾਇਆ ਜਾ ਸਕਦਾ। ਉਸ ਬੱਚੇ ਦੇ ਜਿਹੜੇ ਹੈਗੇ ਆ ਉਸਦੀ ਅਕੈਡਮਿਕਸ ਦਾ ਟੈਸਟ ਲਗਾਇਆ ਜਾ ਸਕਦਾ ਹੈ। ਔਰ ਉਸਦੇ ਪਰਟੀਕੂਲਰ ਜਿਹੜੀ ਹੈ ਕੋਈ ਹੌਬੀਜ਼ ਨੇ, ਉਸਦੀਆਂ ਲਾਈਕਿੰਗ ਔਰ ਡਿਸਲਾਈਕਿੰਗ, ਉਹਨੂੰ ਅਸੀਂ ਇਸ ਤਰ੍ਹਾਂ ਸਟੈਂਡਰਡ ਟੈਸਟ ਲਗਾ ਕੇ ਰੇਟ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਅਸੀਂ ਬੱਚਾ ਹੈ ਜਿਹੜਾ ਉਹਦੀ ਸੈਲਫ ਮੋਨੀਟਰਿੰਗ ਜਿਹੜੀ ਹੈ ਉਹ ਵੀ ਕਰਦੇ ਹਾਂ। ਇੱਕ ਫਾਰਮ ਬਣਾਉਂਦੇ ਹਾਂ ਜਿਹਦੇ ਵਿੱਚ ਅਸੀਂ ਬੱਚੇ ਜਿਵੇਂ ਜਿਸ ਨੂੰ ਅਸੀਂ ਸਟੂਡੈਂਟ ਲੌਗ ਆਖਦੇ ਹਾਂ। ਸਟੂਡੈਂਟ ਲੌਗ ਦਾ ਮਤਲਬ ਹੈ ਕਿ ਸਟੂਡੈਂਟ ਦੀ ਡੇਲੀ ਰੂਟੀਨ ਉਹਦੇ ਵਿੱਚ ਨੋਟ ਕੀਤੀ ਜਾਏਗੀ, ਕਿੰਨੇ ਵਜੇ ਉੱਠਦਾ ਹੈ ਔਰ ਤਿਆਰ ਹੋਣ ਲਈ ਕਿੰਨਾ ਟਾਈਮ ਲਗਾਉਂਦਾ ਹੈ, ਜੇ ਉਹ ਹੋਸਟਲਰ ਹੈ ਤਾਂ ਬ੍ਰੇਕਫਾਸਟ ਲਈ ਕਦੋਂ ਨਿਕਲਿਆ, ਉਹ ਕਲਾਸ 'ਚ ਕਦੋਂ ਪਹੁੰਚਿਆ, ਮਾਰਨਿੰਗ ਅਸੈਂਬਲੀ ਅਟੈਂਡ ਕੀਤੀ ਕਿ ਨਹੀਂ ਕੀਤੀ, ਉਸਨੇ ਆਪਣੇ ਟਾਈਮਲੀ ਸਾਰੇ ਲੈਕਚਰ ਲਗਾਏ, ਕਿੰਨੇ ਸਕਿਪ ਕਰ ਦਿੱਤੇ, ਕਿ ਉਸਨੇ ਅਸਾਈਨਮੈਂਟ ਸਬਮਿਟ ਕੀਤੀਆਂ, ਟਾਈਮਲੀ ਕੀਤੀਆਂ, ਸਕੋਰ ਕਿਸ ਤਰ੍ਹਾਂ ਹੈ, ਟਰਾਉਂਟ ਤਾਂ ਨਹੀਂ ਹੈ, ਉਹ ਬੁਲਿੰਗ ਤਾਂ ਨਹੀਂ ਹੈ, ਉਹ ਪੇਸ਼ੈਂਸ ਹੈ, ਉਸ ਕੋਆਪਰੇਸ਼ਨ ਹੈ, ਜਿਹੜਾ ਹੈ ਕੋਆਪਰੇਟਿਵ ਹੈ, ਕੋਲੈਬੋਰੇਟਿਵ ਹੈ ਕਿ ਨਹੀਂ ਹੈ। ਤਾਂ ਅਸੀਂ ਉਸ ਤੋਂ ਬਾਅਦ ਟੀਚਰ ਸੈਲਫ ਆਬਜ਼ਰਵੇਸ਼ਨ ਵੀ ਕਰਦਾ ਹੈ। ਆਬਜ਼ਰਵੇਸ਼ਨ ਕੱਲਾ ਇੱਕ ਟੀਚਰ ਨਹੀਂ ਕਰਦਾ, ਟੀਮ ਆਫ ਟੀਚਰਸ ਕਰਦੀ ਹੈ। ਗਰਾਊਂਡ ਵਾਲਾ ਗਰਾਊਂਡ 'ਚ ਦੇਖਦਾ ਹੈ, ਲੈਬ ਵਾਲਾ ਲੈਬ 'ਚ ਦੇਖਦਾ ਹੈ, ਥੀਏਟਰ ਵਾਲਾ ਸਟੇਜ 'ਤੇ ਦੇਖਦਾ ਹੈ, ਕਲਾਸਰੂਮ 'ਚ ਉਹਦਾ ਸਬਜੈਕਟ ਸਪੈਸੀਫਿਕ ਟੀਚਰ ਦੇਖਦਾ ਹੈ, ਮਾਰਨਿੰਗ ਅਸੈਂਬਲੀ 'ਚ ਸਵੇਰੇ ਟਿਊਟੋਰੀਅਲ ਇੰਚਾਰਜ ਦੇਖਦਾ ਹੈ, ਔਰ ਓਵਰਆਲ ਉਸਦੀ ਰੇਟਿੰਗ ਜਿਹੜੀ ਹੈ, ਟੂ ਟ੍ਰਿਪ ਇੰਚਾਰਜ ਉਸਨੂੰ ਟ੍ਰਿਪ 'ਤੇ ਦੇਖਦਾ ਹੈ। ਤਾਂ ਆਬਜ਼ਰਵੇਸ਼ਨ ਜਿਹੜੀਆਂ ਨੇ ਉਹ ਅਸੀਂ ਮਲਟੀਪਲ ਸੋਰਸਿਸ ਤੋਂ ਲੈਂਦੇ ਹਾਂ। ਔਰ ਫਿਰ ਜਦੋਂ ਅਸੀਂ ਉਹਨਾਂ ਨੂੰ ਕਲੱਬ ਕਰਦੇ ਹਾਂ, ਜਿਵੇਂ ਦੇਖਦੇ ਹਾਂ ਅਸੀਂ ਟੀ ਟਾਈਮ ਦੇ ਉੱਪਰ ਕੋਈ ਬੱਚਾ ਆਉਂਦਾ ਹੈ ਜਿਸ ਦੀਆਂ ਰੇਟਿੰਗ ਬਹੁਤ ਅੱਛੀਆਂ ਨੇ ਅਤੇ ਉਹਦੇ ਬਾਰੇ ਇੱਕ ਟੀਚਰ ਪੋਜ਼ੀਟਿਵ ਬੋਲਦਾ ਤਾਂ ਦੂਸਰਾ ਵੀ ਉਹਦੇ ਬਾਰੇ ਪੋਜ਼ੀਟਿਵ ਬੋਲਦਾ, ਤੀਸਰਾ ਵੀ ਉਹਦੇ ਬਾਰੇ ਪੋਜ਼ੀਟਿਵ ਬੋਲਦਾ, ਚੌਥਾ ਵੀ ਉਹਦੇ ਬਾਰੇ ਪੋਜ਼ੀਟਿਵ ਬੋਲਦਾ। ਤਾਂ ਉਹ ਇੱਕ ਜਨਰਲਾਈਜ਼ ਹੋ ਜਾਂਦਾ ਕਿ ਬੱਚਾ ਜਿਹੜਾ ਹੈ ਅੱਛਾ ਹੈ ਔਰ ਇਸ ਦਾ ਹਰ ਡੋਮੇਨ ਦੇ ਵਿੱਚ ਕੰਮ ਅੱਛਾ ਹੈ। ਜਿਵੇਂ ਕੋਈ ਕਹੇਗਾ ਕਿ ਇਸ ਦੀ ਸਟੇਜ ਵੀ ਅੱਛੀ ਹੈ, ਕਲਾਸ 'ਚ ਵੀ ਐਕਟਿਵ ਹੈ, ਇਹ ਜਿਹੜਾ ਹੈ ਅਕੈਡਮਿਕਸ ਵੀ ਅੱਛੇ ਨੇ, ਟਾਈਮਲੀ ਕੰਮ ਵੀ ਟਾਈਮਲੀ ਕਰਦਾ ਹੈ ਔਰ ਇਹਦੇ ਐਟੀਕੇਟਸ ਵੀ ਅੱਛੇ ਨੇ। ਇਹਦਾ ਮਤਲਬ ਹੈ ਉਹਦੀ ਓਵਰਆਲ ਰੇਟਿੰਗ ਪੋਜ਼ਿਟਿਵ ਹੋਗੀ। ਔਰ ਇੱਕ ਬੱਚਾ ਹੈ ਉਹਦੇ ਬਾਰੇ ਆਉਂਦਾ ਹੈ ਕਿ ਇਹ ਵਰਕ ਸ਼ਰਿੰਕਰ ਹੈ, ਐਕਸਕਿਊਜ਼ਰਸ ਹੈ, ਇਹ ਲੇਟ ਕਮਰ ਹੈ, ਇਹ ਬੱਚਾ ਜਿਹੜਾ ਹੈ ਵਰਕ ਅਵਾਇਡ ਕਰਦਾ ਹੈ, ਇਨਕੰਪਲੀਟ ਹੈ, ਇਸ ਦੀ ਅਕੈਡਮਿਕਸ ਅੱਛੀ ਨਹੀਂ ਹੈ ਔਰ ਇਹ ਸਟੇਜ ਵੀ ਨਹੀਂ ਕਰਦਾ। ਇਹਦਾ ਮਤਲਬ ਹੈ ਉਹਦੇ ਬਾਰੇ 'ਚ ਨੈਗੇਟਿਵ ਹੋ ਗਿਆ। ਤਾਂ ਅਸੀਂ ਮਲਟੀਪਲ ਸੋਰਸਿਸ ਤੋਂ ਜਦੋਂ ਕਰਦੇ ਹਾਂ ਤਾਂ ਫਿਰ ਅਸੀਂ ਵੈਲੀਡੇਟ ਕਰ ਪਾਉਂਦੇ ਹਾਂ। ਜਦੋਂ ਬਹੁਤ ਸਾਰੇ ਸੋਰਸਿਸ ਇੱਕੋ ਹੀ ਗੱਲ ਕਹਿੰਦੇ ਆ ਤਾਂ ਇਹਦਾ ਮਤਲਬ ਉਹ ਡਾਟਾ ਐਕੂਰੇਟ ਹੈ। ਗੱਲ ਸਮਝ ਆ ਰਹੀ ਹੈ? Yes, sir. ਹਾਂ, ਤਾਂ ਅਗਲੀ ਅਸੀਂ ਜਿਹੜੀ ਗੱਲ ਇਹਦੇ ਵਿੱਚ ਕਰਨ ਵਾਲੇ ਹਾਂ ਦੈਟ ਇਜ਼ ਅਬਾਊਟ ਆਬਜੈਕਟਿਵ ਐਂਡ ਪਰਪਸ ਆਫ ਬਿਹੇਵੀਅਰਲ ਅਸੈਸਮੈਂਟ ਦੇ ਵਿੱਚ 8th ਪੁਆਇੰਟ ਜਿਹੜਾ ਅਸੀਂ ਡਿਸਕਸ ਕਰਾਂਗੇ, ਟੈਕਨੀਕ ਪਲੇਸ ਹਾਈ ਐਮਫਸਿਸ ਔਨ ਇੰਟਰਵੈਂਸ਼ਨ। ਜਿਹੜਾ ਹੈ ਬਿਹੇਵੀਅਰਲ ਅਸੈਸਮੈਂਟ ਹੈ, ਇਹ ਟੈਕਨੀਕ ਜਿਹੜੀ ਹੈ ਇਹ ਕਹਿੰਦੀ ਹੈ ਕਿ ਇੰਟਰਵੀਨਿੰਗ ਫੈਕਟਰ ਜਿਹੜੇ ਨੇ ਜਾਂ ਜਿਹੜੀਆਂ ਸਟ੍ਰੈਟਜੀਜ਼ ਨੇ ਉਹ ਬੱਚੇ ਦੇ ਬਿਹੇਵੀਅਰਲ ਐਨਰਿਚਮੈਂਟ 'ਚ ਜਿਹੜਾ ਹੈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਔਰ ਪ੍ਰਾਇਮਰੀ ਪਰਪਸ ਵੀ ਅਸੈਸਮੈਂਟ ਦਾ ਇਹੀ ਹੈ ਕਿ ਬੱਚੇ ਨੂੰ ਅਸੀਂ ਲੈਬਲ ਨਹੀਂ ਕਰਨਾ, ਅਸੀਂ ਉਸ 'ਤੇ ਕੋਈ ਉਹ ਟੈਗ ਨਹੀਂ ਲਗਾ ਰਹੇ ਪਾਸ ਫੇਲ ਇੰਟੈਲੀਜੈਂਸ ਜਾਂ ਜਿਹੜਾ ਹੈ ਉਹ ਬੱਚਾ ਪੂਅਰ ਹੈ ਜਾਂ ਉਹ ਇਡੀਅਟ ਹੈ ਜਾਂ ਉਹ ਫੀਬਲ ਮਾਈਂਡਡ ਹੈ ਜਾਂ ਮਰੋਨ ਹੈ ਜਾਂ ਉਹ ਬੱਚਾ ਐਵਰੇਜ ਹੈ ਜਾਂ ਬਿਲੋ ਐਵਰੇਜ ਹੈ। ਅਸੀਂ ਇਸ ਤਰ੍ਹਾਂ ਦੀ ਕੋਈ ਕੈਟੇਗਰੀ ਬਣਾਉਣ ਵਾਸਤੇ ਨਹੀਂ ਉਸਦੀ ਅਸੈਸਮੈਂਟ ਕਰ ਰਹੇ। ਬਿਹੇਵੀਅਰਲ ਅਸੈਸਮੈਂਟ ਹੁੰਦੀ ਹੈ ਅਸੀਂ ਅਬਟੇਨ ਇਨਫੋਰਮੇਸ਼ਨ ਕਰਨੀ ਹੈ ਜਿਹੜੀ ਅਸਿਸਟ ਕਰੇ ਕਿ ਅਸੀਂ ਉਸ ਬੱਚੇ ਦੇ ਬਿਹੇਵੀਅਰਲ ਰਿਫਾਈਨਮੈਂਟ ਲਈ ਆਪਣੇ ਜਿਹੜਾ ਹੈ ਟੀਚਿੰਗ ਲਰਨਿੰਗ ਸਟ੍ਰੈਟਜੀਜ਼ ਜਿਹੜੀਆਂ ਨੇ ਉਹਨਾਂ ਵਿੱਚ ਹੋਰ ਬੈਟਰ ਕੀ ਕਰ ਸਕਦੇ ਹਾਂ, ਉਹਨਾਂ ਨੂੰ ਕਿਵੇਂ ਮੋਡੀਫਾਈ ਕੀਤਾ ਜਾਵੇ, ਉਹਨਾਂ ਵਿੱਚ ਕੀ ਚੇਂਜਸ ਲੈ ਕੇ ਆਉਂਦੀਆਂ ਜਾਣ ਕਿ ਅਸੀਂ ਹਰ ਬੱਚੇ ਨੂੰ ਉਸ ਦੀ ਪਰਸਨੈਲਿਟੀ ਦੀ ਕੈਪੈਸਿਟੀਜ਼ ਦੇ ਅਕੋਰਡਿੰਗ, ਉਸ ਦੇ ਕੈਲੀਬਰਸ ਦੇ ਅਕੋਰਡਿੰਗ, ਉਹਦੇ ਪੋਟੈਂਸ਼ੀਅਲ ਦੇ ਅਕੋਰਡਿੰਗ
एनवायरनमेंट प्रोवाइड कर सके और बच्चा जिहड़ा है वो बेटर कर सके। ਇਹਦੇ ਵਾਸਤੇ ਸਾਨੂੰ ਜਿਹੜਾ ਹੈ ਬਿਹੇਵੀਅਰਲ ਅਸੈਸਮੈਂਟ ਹੈਲਪ ਕਰਦੀ ਹੈ। ਅਗਲੀ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਹੈ ਅਸੀਂ ਕਹਿੰਦੇ ਆ ਕਿ emphasis on intervention results in the application of ਜਿਹੜਾ ਹੈ assessment model in particular person or a situation। ਅਸੀਂ ਕਹਿੰਦੇ ਆ ਜੋ ਵੀ ਰਿਜ਼ਲਟਸ ਨੇ ਅਸੀਂ ਇੱਕ ਵਿਅਕਤੀ ਤੇ ਇੱਕ ਸਿਚੁਏਸ਼ਨ 'ਚ ਲਗਾਏ ਨੇ ਅਸੀਂ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਇੱਕ ਬੁਲਿੰਗ ਟਾਈਪ ਦਾ ਸਟੂਡੈਂਟ ਹੈ ਉਹਦੇ ਉੱਪਰ ਜਿਹੜੀ ਟ੍ਰੀਟਮੈਂਟ ਕੀਤੀ ਗਈ ਉਹਦੇ ਵਾਸਤੇ ਜਿਹੜੀ ਸਟ੍ਰੈਟਜੀ ਬਣਾਈ ਗਈ ਉਹਦੇ ਨਾਲ ਜੇ ਉਹ ਕਿਉਰ ਹੋਇਆ, ਜੇ ਉਸਦਾ ਜਿਹੜਾ ਹੈ ਉਹ ਪ੍ਰੋਬਲਮ ਜਿਹੜੀ ਹੈ ਉਸ ਨੂੰ ਓਵਰਕਮ ਕਰ ਪਾਇਆ ਤੇ ਉਸਦਾ ਬਿਹੇਵੀਅਰਲ ਨਾਰਮਲ ਦੇ ਵਿੱਚ ਕਾਊਂਟ ਹੋਇਆ ਤਾਂ ਫਿਰ ਅਸੀਂ ਅਗਲੀ ਵਾਰ ਉਹ ਸੇਮ ਸਿਚੁਏਸ਼ਨ ਜਦੋਂ ਅਕਰ ਹੋਏਗੀ, ਜੇ ਸੇਮ ਟਾਈਪ ਦਾ ਬੁਲਿੰਗ ਟਾਈਪ ਦਾ ਸਟੂਡੈਂਟ ਸਾਨੂੰ ਆਏਗਾ ਤਾਂ ਅਸੀਂ ਉਹਦੇ ਵਿੱਚ ਜਿਹੜਾ ਹੈ ਉਸੇ ਟੈਕਨੀਕ ਦੀ ਦੁਬਾਰਾ ਹੈਲਪ ਲਵਾਂਗੇ। ਤਾਂ ਇਸ ਤਰ੍ਹਾਂ ਕਰਕੇ ਇੰਟਰਵੈਂਸ਼ਨ ਜਦੋਂ ਇੱਕ ਵਾਰ ਡਿਵੈਲਪ ਹੋ ਜਾਂਦੀਆਂ ਸਟ੍ਰੈਟਜੀਜ਼ ਉਹ ਅੱਗੇ ਫਿਊਚਰ ਦੇ ਵਿੱਚ ਅਸੀਂ ਉਸ ਨੂੰ ਰਿਪੀਟ ਕਰਦੇ ਹਾਂ। ਤਾਂ ਅਗਲੇ